ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 20ਵਾਂ। ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਹਿ ਕਾਮ। ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ। ਨਿਸ ਦਿਨ ਜੋ ਨਾਨਕ ਭਜੇ ਸਫਲ ਹੋਏ ਤਹਿ ਕਾਮ। ਸਤਿਗੁਰ ਸਮਝਾਉਂਦੇ ਨੇ ਇਹ ਸੰਸਾਰ ਦੇ ਵਿੱਚ ਉਹ ਗੁਰਸਿੱਖਾਂ ਦਾ, ਉਹ ਗੁਰਸਿੱਖ ਸੰਗਤ ਦਾ ਭੈ ਦੂਰ ਹੁੰਦਾ ਹੈ, ਉਹਨਾਂ ਨੂੰ ਮੁਕਤੀ ਮਿਲਦੀ ਹੈ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ। ਉਹਨਾਂ ਦਾ ਭੈ ਖਤਮ ਹੋ ਜਾਂਦਾ ਹੈ। ਭੈ ਨਾਸਨ ਦੁਰਮਤ ਹਰਨ। ਭੈ ਜੰਮਣ ਮਰਨ ਦਾ ਭੈ, ਕੰਮਕਾਰ ਦਾ ਭੈ, ਜਨਮ ਦਾ ਭੈ, ਮਰਨ ਦਾ ਭੈ। ਭੈ ਮੈਂ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ। ਇਸ ਨਾਮ ਉਦਾਰਾ। ਉਹ ਗੁਰਸਿੱਖ ਸੰਗਤ ਜਿਹੜੇ ਨਾਮ ਦਾ ਆਸਰਾ ਲੈ ਲੈਂਦੇ ਨੇ, ਗੁਰ ਸ਼ਬਦ ਦਾ ਗਿਆਨ ਲੈ ਕੇ ਮੁਕਤੀ ਪ੍ਰਾਪਤ ਕਰਕੇ ਉਹ ਨਾਮ ਹੁਕਮ ਖਾਤਰ ਭਗਤੀ ਕਰਦੇ ਨੇ, ਉਹਨਾਂ ਦਾ ਭੈ ਜਿਹੜਾ ਖਤਮ ਹੋ ਜਾਂਦਾ। ਜਿਹੜੀ ਉਹਨਾਂ ਦੀ ਮੱਤ ਹੁੰਦੀ ਹੈ, ਦੁਰਮਤ ਤੋਂ ਭਾਵ ਹੈ ਜਿਹੜੀ ਸਾਨੂੰ ਦੂਰ ਰੱਖਦੀ ਹੈ ਆਪਦੇ ਮੂਲ ਤੋਂ, ਹਰ ਦਿੰਦੇ ਨੇ, ਉਹਨੂੰ ਹਰਾ ਦਿੰਦੇ ਆ ਕਹਿ ਲਓ। ਇਹ ਸੱਚ ਦਾ ਗਿਆਨ ਹੀ ਐਸਾ ਹੈ। ਜਿਹੜੇ ਗੁਰਸਿੱਖ ਸ਼ਬਦ ਦੀ ਕਮਾਈ ਕਰਦੇ ਨੇ ਉਹਨਾਂ ਦਾ ਭੈ ਖਤਮ ਹੋ ਜਾਂਦਾ ਹੈ, ਉਹ ਆਪਦੇ ਮੂਲ ਨਾਲ ਜੁੜ ਜਾਂਦੇ ਨੇ। ਕਲ ਮੈਂ ਹਰ ਕੋ ਨਾਮ। ਇਹ ਕਲਯੁਗ ਦੇ ਵਿੱਚ ਹਰ ਕੋ ਨਾਮ, ਇਹ ਬਾਣੀ ਕੀ ਹੈ? ਹਰ ਕਾ ਨਾਮ ਹੈ, ਹਰ ਕੀ ਕਥਾ ਹੈ। ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਕਲ ਮੈਂ ਹਰ ਕੋ ਨਾਮ ਦਾ ਭਾਵ ਵੀ ਇਹੀ ਹੈ, ਜਿਹੜਾ ਹਰ ਨਾਮ 'ਚੋਂ ਸਾਨੂੰ ਗਿਆਨ ਪੈਦਾ ਹੋਣਾ ਹੈ। ਕਥਾ ਨੂੰ ਸੁਣਦਿਆਂ ਸੁਣਦਿਆਂ ਨੂੰ ਸਾਨੂੰ ਸੱਚ ਦਾ ਗਿਆਨ ਪੈਦਾ ਹੋਣਾ ਵਾ, ਜਿਹਦੇ ਨਾਲ ਸਾਡਾ ਸੰਸਾਰ ਸਾਗਰ 'ਚੋਂ ਛੁਟਕਾਰਾ ਹੋ ਜਾਣਾ। ਆਪਾਂ ਸਤਿਗੁਰਾਂ ਦੇ ਵਚਨ ਵੀ ਲੈ ਲਈਏ, ਜਪਜੀ ਸਾਹਿਬ ਦੇ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਇਹ ਗੁਰਮਤਿ ਦਾ ਗਿਆਨ, ਹਰ ਕਾ ਨਾਮ ਜਿਹੜਾ ਹੈਗਾ ਵਾ, ਇਹ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁਖ ਸਾਗਰ 'ਚ ਲੈ ਜਾਂਦਾ ਹੈ। ਬਾਸੀ ਸੁਖ ਸਾਗਰ ਦਾ ਹੀ ਹੈ ਇਹ। ਆਪਦੇ ਮੂਲ ਨਾਲ ਟੁੱਟ ਕੇ ਹਰ ਬਿਸਰ ਸਦਾ ਖੁਆਰੀ ਇਹਦੀ ਖੁਆਰੀ ਹੈ। ਇਹ ਜੰਮਣ ਮਰਨ 'ਚ ਪਿਆ ਰਹਿੰਦਾ ਜੀਵ ਆਤਮਾ। ਹੁਣ ਇਹਨੇ ਦੁੱਖ ਸਾਗਰ 'ਚੋਂ ਹਰ ਕਾ ਨਾਮ ਪ੍ਰਾਪਤ ਕਰਕੇ ਜਿਹੜੀ ਦੁਰਮਤ ਦੂਰ ਰੱਖਦੀ ਹੈ ਮਤ ਸਾਨੂੰ, ਉਹਨੂੰ ਹਰ ਕੇ ਹਰਾ ਕੇ ਆਪਦੇ ਘਰ ਨੂੰ ਪਹੁੰਚਣਾ ਵਾ। ਉਹ ਕੀ ਹੈ? ਕਲ ਮੈਂ ਹਰ ਕੋ ਨਾਮ ਹੈ। ਇਹ ਹਰ ਕਥਾ ਹੈ, ਇਹ ਆਪਾਂ ਸੁਣਨੀ ਆ। ਜਿਹੜੇ ਨੂੰ ਸੁਣਨਗੇ ਅਮਰ ਹੋ ਜਾਣਗੇ, ਉਹਨਾਂ ਦਾ ਜੰਮਣ ਮਰਨ ਦਾ ਛੁਟਕਾਰਾ ਹੋ ਜਾਊਗਾ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਪਿਛਲੇ ਸਲੋਕ 'ਚ ਵੀ ਆਪਾਂ ਵਿਚਾਰ ਕੀਤੀ ਸੀ ਪ੍ਰਾਤਮਾ ਦੀ। ਪਿੱਛੇ ਵੀ ਆਪਾਂ ਨੂੰ ਗੁਰਸਿੱਖਾਂ ਨੇ ਪੁੱਛਿਆ ਸੀਗਾ ਵੀ ਤੁਸੀਂ ਪਰਮਾਤਮਾ ਕਿਉਂ ਨਹੀਂ ਕਹਿੰਦੇ, ਪ੍ਰਾਤਮਾ ਕਿਉਂ ਕਹਿੰਦੇ ਹੋ? ਇਸ ਕਰਕੇ ਹੀ ਆਪਾਂ ਉਹ 19ਵੇਂ ਸਲੋਕ ਦੇ ਵਿੱਚ ਪ੍ਰਾਤਮਾ ਬਾਰੇ ਸਮਝਾਇਆ। ਜਿਹੜਾ ਪਰਮਾਤਮਾ ਹੁਕਮ ਹੈ, ਇਹਨੂੰ ਪਾਰ ਬ੍ਰਹਮ ਕਿਹਾ। ਹੁਕਮ ਦਾ ਦਰਸ਼ਨ ਸਾਨੂੰ ਕਦੋਂ ਹੋਊਗਾ? ਇਹ ਅਵਸਥਾ ਨੇ ਗੁਰਬਾਣੀ ਵਿੱਚ ਸਮਝਾਈਆਂ ਗਈਆਂ ਨੇ। ਅੱਜ ਸਾਡੀ ਅਵਸਥਾ ਕੀ ਹੈ ਉਹ ਵੀ ਸਮਝਾਈ। ਅਸੀਂ ਕਲਯੁਗ ਦੇ ਵਿੱਚ ਹੈ, ਕਾਲਪਨਿਕ ਯੁੱਗ ਦੇ ਵਿੱਚ ਹੈ। ਕਾਲ ਸਾਡੇ ਸਿਰ 'ਤੇ ਖੜਾ ਹੈ। ਅਸੀਂ ਸਰੀਰ ਕਰਕੇ ਧਰਮ ਕਰਮ ਤਾਂ ਪੂਰੇ ਹੀ ਕਰਦੇ ਹਾਂ, ਸਾਰੇ ਹੀ ਕਰਦੇ ਨੇ, ਸਾਰੇ ਧਰਮ ਹੀ ਕਰਦੇ ਨੇ, ਗਤੀ ਵੀ ਕਰਦੇ ਨੇ, ਉਹ ਸਰੀਰ ਦੀ ਕਰੀ ਜਾਂਦੇ ਨੇ। ਗਤੀ ਆਤਮਾ ਦੀ ਹੋਣੀ ਹੈ, ਪਰ ਆਤਮ ਗਿਆਨ ਤੋਂ ਬਿਨਾਂ ਕਿਵੇਂ ਹੋਊਗੀ? ਇਹ ਬਾਣੀ ਸਾਨੂੰ ਆਤਮ ਗਿਆਨ ਦਿੰਦੀ ਹੈ। ਆਤਮ ਗਿਆਨ ਤੋਂ ਬਾਅਦ ਹੀ ਪ੍ਰਾਤਮਾ 'ਚ ਲੀਨ ਹੋਵਾਂਗੇ। ਪ੍ਰਾਤਮਾ 'ਚ ਲੀਨ ਹੋਣ ਤੋਂ ਬਾਅਦ ਹੀ ਜਿਹੜਾ ਹੈਗਾ ਵਾ ਸਾਡਾ ਸੰਸਾਰ 'ਚੋਂ ਛੁਟਕਾਰਾ ਹੋਊਗਾ। ਹਾਲੇ ਤਾਂ ਅਸੀਂ ਕਲਯੁਗ ਭਵ ਸਾਗਰ ਦੇ ਵਿੱਚ ਹੀ ਹੈ, ਦੁੱਖ ਸਾਗਰ ਦੇ ਵਿੱਚੋਂ। ਅਸੀਂ ਇਹ ਦੁੱਖ ਸਾਗਰ ਪਾਰ ਕਰਨਾ ਹੈ, ਪਰ ਅਸੀਂ ਆਪਣੀ ਮੱਤ ਨਾਲ ਤਾਂ ਪਾਰ ਨਹੀਂ ਕਰ ਸਕਦੇ। ਸਾਡੇ ਅੰਦਰ ਭੈ ਆ। ਜਿੰਨੇ ਵੀ ਧਰਮ ਅਸੀਂ ਕਰਦੇ ਆਏ ਹਾਂ ਉਹ ਸਾਰੇ ਹੀ ਭੈ ਦਿੰਦੇ ਸੀਗੇ। ਉਹ ਭੈ ਦੇ ਕੇ ਆਪਦੇ ਪਿੱਛੇ ਲਾਉਂਦੇ ਨੇ। ਬਾਣੀ ਭੈ ਕੱਢਦੀ ਹੈ। ਮਾਣਿਕ ਕੀ ਟੇਕ ਬਿਰਥੀ ਜਾਣ, ਦੇਵਨ ਕੋ ਏਕੇ ਭਗਵਾਨ। ਕੀ ਇਹ ਭੈ ਨਹੀਂ ਕੱਢਿਆ ਹੋਇਆ? ਇਹ ਜੀਵ ਤੂੰ ਕਿਉਂ ਡੋਲਦਾ ਹੈ?
ਦੇਣ ਵਾਲਾ ਇੱਕ ਹੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਉਹਦੇ ਕੋਲ ਟੋਟ ਆ ਕਿਤੇ ਕੋਈ? ਜਪਜੀ ਸਾਹਿਬ ਦੇ ਬਚਨ ਲੈ ਲਓ ਸਤਿਗੁਰਾਂ ਦੇ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗੰਤਰ ਖਾਈ ਖਾਏ। ਲੈਣ ਵਾਲੇ ਥੱਕ ਜਾਂਦੇ ਨੇ, ਜੰਮਣ ਮਰਨ ਚਲੇ ਜਾਂਦੇ ਨੇ, ਆਉਂਦੇ ਨੇ ਪੂਰਾਂ ਦੇ ਪੂਰ ਜਾਈ ਜਾ ਰਹੇ ਨੇ। ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ। ਮਰਨ ਤੋਂ ਪਹਿਲਾਂ ਪਹਿਲਾਂ, ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਇਹ ਆਪਾਂ ਪ੍ਰਾਪਤੀ ਕਰਨੀ ਹੈ, ਭੈ ਦੂਰ ਕਰਨਾ ਹੈ। ਦੁਰਮਤ ਜਿਹੜੀ ਸਾਡੀ ਮੱਤ ਹੈ, ਇਹ ਸਾਨੂੰ ਆਪਦੇ ਮੂਲ ਤੋਂ ਦੂਰ ਰੱਖਦੀ ਹੈ। ਭੈ ਨਾਸਨ ਦੁਰਮਤ ਹਰਨ, ਕਲ ਮੇ ਹਰ ਕੋ ਨਾਮ। ਇਸ ਬਾਣੀ 'ਚੋਂ ਸਾਨੂੰ ਹਰ ਨਾਮ ਦਾ ਗਿਆਨ ਪ੍ਰਾਪਤ ਹੋਣਾ ਹੈ, ਜਿਹਦੇ ਨਾਲ ਸਾਡਾ ਮਨ ਟਿਕਣਾ, ਸਾਡੀ ਭਗਤੀ ਸ਼ੁਰੂ ਹੋਣੀ ਹੈ। ਕੇਵਲ ਕਲਮੇ ਨਾਮ ਆਧਾਰ ਹੈ, ਰਸ ਦੇ ਬਚਨ ਨੇ ਸਤਿਗੁਰਾਂ ਦੇ। ਇਹ ਕਲਯੁਗ ਦੇ ਵਿੱਚ ਨਾਮ ਆਧਾਰ ਹੈ। ਇਸ ਸੰਸਾਰ ਦੇ ਵਿੱਚ ਆ ਕੇ ਅਸੀਂ ਭਗਤੀ ਕਰਨੀ ਸੀਗੀ। ਦਾਤ ਪਿਆਰੀ ਵਿਛਰਿਆ ਦਤਾਰ, ਉਹ ਦੇਣ ਵਾਲਾ ਵਿਸਰ ਗਿਆ ਸਾਨੂੰ। ਸਰੀਰ ਨਾਲ ਪ੍ਰੇਮ ਪੈ ਗਿਆ, ਫਿਰ ਸਰੀਰਾਂ ਦੇ ਗਾਹਾਂ ਰਿਸ਼ਤੇ ਬਣ ਗਏ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਦੇ ਰਿਸ਼ਤੇ ਵੱਧਦੇ ਚਲੇ ਗਏ, ਦਲ ਦਲ ਦਬ ਗਿਆ ਸੀ। ਮੋਹ ਦਾ ਚਿੱਕੜ ਐਡਾ ਬਣ ਗਿਆ, ਹੁਣ ਇਹ ਨਿਕਲ ਨਹੀਂ ਸਕਦਾ। ਹੁਣ ਇੱਥੋਂ ਅਸੀਂ ਹਰਨਾਮ ਦੀ ਪ੍ਰਾਪਤੀ ਕਰਨੀ ਹੈ। ਇਹ ਬਾਣੀ ਹਰਨਾਮ ਹੈ, ਹਰ ਦਰਸ਼ਨ ਕਰਾਉਂਦੀ ਹੈ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਣੇ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦਵਾਰ। ਪਰ ਸੰਸਾਰ ਦੇ ਵਿੱਚ ਤਾਂ ਕੋਈ ਵੀ ਜਾਣਾ ਨਹੀਂ ਚਾਹੁੰਦਾ। ਭਗਤ ਜੀ ਤਾਂ ਕਹਿੰਦੇ ਮੇਰੇ ਅੰਦਰ ਚਾਓ ਹੈ, ਪਰ ਮੈਂ ਹਰ ਦੇ ਦਵਾਰ 'ਤੇ ਜਾ ਕੇ ਸਰੀਰ ਛੱਡਾਂ। ਇਹ ਸਰੀਰ ਦੀ ਗੱਲ ਨਹੀਂ, ਕਾਲਪਨਿਕ ਸਰੀਰ ਦੀ ਗੱਲ। ਇਹ ਤਾਂ ਸਾਰਿਆਂ ਨੂੰ ਹੀ ਛੱਡਣਾ ਪੈਂਦਾ ਵਾ। ਇਹ ਤਾਂ ਪਲੇਟਫਾਰਮ ਹੈ, ਆਪਾਂ ਨੂੰ ਟ੍ਰੇਨ 'ਚ ਬੈਠਣ ਖਾਤਰ ਮਿਲਿਆ ਵਾ। ਜਿਵੇਂ ਸਟੇਸ਼ਨ 'ਤੇ ਪਲੇਟਫਾਰਮ ਹੁੰਦਾ, ਆਪਾਂ ਟ੍ਰੇਨ 'ਚ ਬਹਿੰਦੇ, ਬੜੇ ਸੁਖਾਲੇ ਬਹਿ ਜਾਂਦੇ ਹਾਂ। ਇਹ ਸਰੀਰ ਇੱਕ ਪਲੇਟਫਾਰਮ ਹੈ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਹਾਂ। ਜੋਤੀ ਜੋਤ ਮਿਲੀ ਕਿੰਬਾ ਹੋਏ ਕਮ ਹੋਏ। ਫਿਰ ਇਹ ਸਰੀਰ ਦੀ ਇੰਨੀ ਕੀਮਤ ਨਹੀਂ ਰਹਿੰਦੀ। ਇਹਦੀ ਜਦ ਤੱਕ ਹੈ, ਜਦ ਤੱਕ ਸਤਿਗੁਰ ਦਾ ਦਰਸ਼ਨ ਨਹੀਂ ਕਰਦੇ। ਇਹ ਦੇਹੀ ਪ੍ਰਵਾਨ ਹੋਈ ਜਿਨ ਸਤਿਗੁਰ ਸਿਉ ਚਿੱਤ ਲਾਇਆ। ਜਿਹੜੀ ਸੱਚ ਦਾ ਗਿਆਨ ਲੈ ਕੇ ਉਹ ਪ੍ਰਾਤਮਾ ਨਾਲ, ਆਪਦੇ ਮੂਲ ਨਾਲ, ਅੰਤਰ ਹਰ ਨਾਲ ਇੱਕ ਹੋ ਜਾਂਦੇ ਨੇ, ਉਹਨਾਂ ਦੀ ਦੇਹੀ ਪ੍ਰਵਾਨ ਹੁੰਦੀ ਆ। ਜਿਹੜੀ ਆ ਸਾਡੀ ਸੰਸਾਰੀ ਦੇਹੀ, ਇਹ ਤਾਂ ਸਾਰਿਆਂ ਦੀ ਇੱਕੋ ਜਿਹੀ ਆ। ਇਹ ਸਾਰਿਆਂ ਨੂੰ ਛੱਡਣੀ ਪੈਂਦੀ ਹੈ। ਬਹੁਤ ਲੋਕ ਝੂਠ ਬੋਲਦੇ ਨੇ ਇਹਦੇ ਵਿੱਚ ਵੀ, ਚੋਲਾ ਛੱਡ ਕੇ ਸਾਰੇ ਛੱਡਦੇ ਨੇ ਭਾਈ। ਇਹ ਇਸ ਕਰਕੇ ਅਸੀਂ ਇਹ ਭਰਮ 'ਚ ਨਹੀਂ ਪੈਣਾ। ਬਾਣੀ ਭਰਮ ਕੱਢਦੀ ਹੈ, ਭੈ ਕੱਢਦੀ ਹੈ। ਸਾਡੇ ਅੰਦਰ ਹਨੇਰਾ ਹੈ, ਗਿਆਨ ਤੋਂ ਬਿਨਾਂ ਅਸੀਂ ਅੰਨੇ ਹਾਂ। ਅੱਗੇ ਆਪਾਂ ਨੂੰ ਆ ਜਾਣਾ, ਆਪਾਂ ਸਤਿਗੁਰਾਂ ਦੇ ਵਚਨ ਲੈਣੇ ਆ ਵੀ ਸਾਨੂੰ ਇਹ ਕਿਵੇਂ ਪ੍ਰਾਪਤੀ ਹੋਊਗੀ। ਇਹ ਤਾਂ ਸਤਿਗੁਰੂ ਸਮਝਾ ਰਹੇ ਨੇ ਗੁਰਸਿੱਖਾਂ ਬਾਰੇ, ਜਿਨ੍ਹਾਂ ਨੇ ਕਮਾਈ ਕਰਕੇ ਪ੍ਰਾਪਤੀ ਕੀਤੀ ਹੈ। ਸਾਨੂੰ ਕਿਵੇਂ ਪ੍ਰਾਪਤੀ ਹੋਊਗੀ? ਆਓ ਸਾਰੇ ਮਿਲ ਕੇ ਆਪਾਂ ਇਹ ਗੁਰਬਾਣੀ ਨੂੰ ਵਿਚਾਰੀਏ, ਇਹ 'ਚੋਂ ਗਿਆਨ ਪੈਦਾ ਹੋਊ, ਸਾਡਾ ਭੈ ਖਤਮ ਹੋਊਗਾ। ਦੁਰਮੱਤਾ ਜਿਹੜੀ ਸਾਡੀ ਮਨ ਮੱਤਾ ਹੈ, ਇਹ ਹੰਕਾਰ ਪੈਦਾ ਕਰਦੀ ਹੈ, ਆਪਦੇ ਆਪ ਨੂੰ ਵੱਡਾ ਮੰਨਦੀ ਆ। ਇਹਦਾ ਅਸੀਂ ਤਿਆਗ ਕਰ ਦੇਣਾ ਵਾ। ਕਿਹਦੇ ਨਾਲ ਹੋਊਗਾ? ਕਲਮੇ ਹਰ ਕੋ ਨਾਮ। ਇਹ ਸੰਸਾਰ ਕਲਪਨਿਕ ਯੁੱਗ ਦੇ ਵਿੱਚ ਇਹ ਹਰ ਦਾ ਨਾਮ ਹੈ। ਸਭ ਤੋਂ ਉੱਤਮ ਹੈ, ਇਹ ਸਭ ਤੋਂ ਉੱਤਮ ਹਰ ਕੀ ਕਥਾ ਹੈ। ਇਹ ਆਪਾਂ ਸੁਣਨੀ ਵਿਚਾਰਨੀ, ਇਹ 'ਚੋਂ ਗਿਆਨ ਪੈਦਾ ਹੋਊ, ਸਾਡਾ ਕਾਲ ਤੋਂ ਛੁਟਕਾਰਾ ਹੋਊ, ਫਿਰ ਸਾਡੀ ਭਗਤੀ ਸ਼ੁਰੂ ਹੋਈ। ਸਤਿਗੁਰੂ ਸਮਝਾਉਂਦੇ ਨੇ, ਭੈ ਨਾਸਨ ਦੁਰਮਤ ਹਰਨ, ਕਲਮੇ ਹਰ ਕੋ ਨਾਮ, ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ। ਸਤਿਗੁਰੂ ਸਮਝਾਉਂਦੇ ਨਵੇਂ ਪਾਤਸ਼ਾਹ, ਕਹਿੰਦੇ ਜਿਹੜੇ ਗੁਰਸਿੱਖ ਸੰਗਤ ਗੁਰਸ਼ਬਦ ਦੀ ਕਮਾਈ ਕਰਨਗੇ, ਦਿਨ ਰਾਤ ਖੋਜ 'ਚ ਲੱਗਣਗੇ, ਇਹਨੂੰ ਵਿਚਾਰਨਗੇ, ਬਾਣੀ ਨੂੰ ਸੱਤ ਕਰਕੇ ਮੰਨਣਗੇ, ਉਹਨਾਂ ਦਾ ਸੰਸਾਰ 'ਤੇ ਆਉਣਾ ਸਫਲ ਹੋਊਗਾ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਏ, ਅਸੀਂ ਵੀ ਗੁਰੂ ਕੇ ਸਿੱਖ ਬਣੀਏ। ਸਰੀਰ ਕਰਕੇ ਤਾਂ ਅਸੀਂ ਪੂਰਨ ਮੰਨਦੇ ਹਾਂ ਆਪਦੇ ਆਪ ਨੂੰ, ਪਰ ਆਤਮ ਕਰਕੇ ਅਸੀਂ ਪੂਰਨ ਹੋਣਾ ਹੈ। ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ, ਫਿਰ ਉਦੋਂ ਬਾਅਦ ਸਾਨੂੰ ਹੁਕਮ ਦਾ ਦਰਸ਼ਨ ਹੁੰਦਾ ਹੈ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਇਹ ਸਾਧ ਜਨਾਂ ਦੀ ਬਾਣੀ ਹੈ ਭਾਈ। ਇਹਨੂੰ ਆਪਾਂ ਵਿਚਾਰਨਾ ਵਾ। ਪਹਿਲਾਂ ਆਪਾਂ ਨੂੰ ਗਿਆਨ ਪਦਾਰਥ ਮਿਲੂਗਾ, ਜਿਹਦੇ ਨਾਲ ਸਾਡਾ ਮਨ ਟਿਕ ਜੂਗਾ, ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜੂਗਾ, ਸਾਡਾ ਮਨ ਚੁੱਪ ਕਰ ਜੂਗਾ, ਉਹਨੂੰ ਮੁਕਤੀ ਕਹਿੰਦੇ ਆ। ਦੂਆ ਪਦਾਰਥ ਸਾਨੂੰ ਮਿਲ ਜੂਗਾ, ਫਿਰ ਸਾਡੀ ਭਗਤੀ ਸ਼ੁਰੂ ਹੋਊਗੀ। ਦੇਵਲੋਕ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਉਹ ਮਸਕਤ ਤੋਂ ਨਿਕਲ ਜਾਣਗੇ ਜਿਹੜੇ ਗਿਆਨ ਲੈ ਕੇ ਧਿਆਨ ਲਾਉਣਗੇ। ਫਿਰ ਹੁਕਮ ਸਮਾਉਣਾ ਇਹਨੇ, ਫਿਰ ਇਹਦਾ ਜਨਮ ਹੋਣਾ। ਇਹ ਚਾਰ ਪਦਾਰਥ ਅਸੀਂ ਲੈਣਾ ਆ, ਪਰ ਇਹ
ਬਾਣੀ ਨੂੰ ਸਤ ਸਤ ਕਰਕੇ ਅਸੀਂ ਮੰਨਾਂਗੇ, ਫਿਰ ਇਹਦੀ ਪ੍ਰਾਪਤੀ ਹੋਣੀ ਹੈ। ਮਨ ਨੂੰ ਭਾਣੇ 'ਚ ਰੱਖਣਾ, ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਚੱਲਣਾ। ਨਦੀਆਂ ਪਵਹਿ ਸੰਬੰਧ ਨਾ ਜਾਣੀਏ, ਨਦੀਆਂ ਨਾਲੇ ਨਹੀਂ ਜਾਣਦੇ, ਪਰ ਇੱਕ ਦਿਨ ਸਮੁੰਦਰ ਜਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ। ਆਓ ਸਾਰੇ ਮਿਲ ਕੇ ਆਪਾਂ ਗੁਰਬਾਣੀ ਨੂੰ ਵਿਚਾਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਇਹ ਅਵਸਥਾ ਪ੍ਰਾਪਤ ਹੋਵੇ। ਹੁਣ ਆਪਾਂ ਸਤਿਗੁਰਾਂ ਦੇ ਵਚਨ ਲੈਂਦੇ ਹਾਂ ਪੰਚਮ ਪਾਤਸ਼ਾਹ ਦੇ। ਗੋਣ ਮਹੱਲਾ ਪੰਜਵਾਂ। ਗੁਰ ਕੀ ਮੂਰਤ ਮਨ ਮਾਹੇ ਧਿਆਨ, ਗੁਰ ਕੇ ਸ਼ਬਦ ਮੰਤਰ ਮਨ ਮਾਨ। ਪੰਚਮ ਪਾਤਸ਼ਾਹ ਸਤਿਗੁਰ ਸਮਝਾਉਂਦੇ ਨੇ ਗੁਰ ਕੀ ਮੂਰਤ। ਗੁਰ ਕੀ ਮੂਰਤ ਕੀ ਹੁੰਦੀ ਹੈ? ਜਦੋਂ ਸਾਨੂੰ ਗਿਆਨ ਪੈਦਾ ਹੁੰਦਾ ਵਾ, ਗਿਆਨ ਨਹੀਂ ਉਹਦਾ ਦਰਸ਼ਨ ਹੋਣਾ। ਪਿਛਲੇ ਸ਼ਲੋਕ 'ਚ ਵੀ ਆਪਾਂ ਵਿਚਾਰ ਕੀਤੀ ਸੀਗੀ, ਗਿਆਨ ਨਹੀਂ ਅਸੀਂ ਉਹਨੂੰ ਅਨੁਭਵ ਕਰਨਾ ਹੈ, ਮਨ ਦੇ ਵਿੱਚ ਹੀ ਆ ਉਹ। ਮਨ ਮਹਿ ਆਪ ਕਰਨੀ ਆਪੋ ਆਪਣੀ, ਕਹਿ ਨੇੜੇ ਕੇ ਦੂਰ। ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਨੇ ਉਹ ਨੇੜੇ ਹੋ ਜਾਂਦੇ ਨੇ। ਅਸੀਂ ਸੋਚ ਕਰਕੇ ਦੂਰ ਬੈਠੇ ਹਾਂ, ਕੁਦਰਤ ਦੂਰ ਨਹੀਂ ਹੈ, ਸਾਡਾ ਮੂਲ ਦੂਰ ਨਹੀਂ ਹੈਗਾ, ਬਹੁਤ ਨੇੜੇ ਹੈ। ਕੌਰਵ ਦਾਸ ਹਾਥ ਪੈ ਨੇੜੇ, ਪਰ ਸਾਨੂੰ ਗੁਰ ਤੋਂ ਭਾਵ ਗਿਆਨ ਨਹੀਂ ਹੈਗਾ। ਹੁਣ ਸਾਨੂੰ ਸਭ ਤੋਂ ਪਹਿਲਾਂ ਗਿਆਨ ਪੈਦਾ ਹੋਊਗਾ। ਗੁਰ ਕੀ ਮੂਰਤ ਮਨ ਮਾਹੇ ਧਿਆਨ, ਗੁਰ ਕੈ ਸ਼ਬਦ, ਗੁਰੂ ਦੇ ਉਪਦੇਸ਼ ਨਾਲ, ਸ਼ਬਦ ਦੇ ਭਾਵ ਉਪਦੇਸ਼, ਮੰਤਰ ਮਨ ਮਾਨ। ਇਹ ਸਾਰੀ ਵਿਧੀ ਹੈ, ਮੰਤਰ ਹੈ। ਆਪਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ, ਮੂਲ ਮੰਤਰ ਸ਼ੁਰੂ ਹੁੰਦਾ, ਉਹਦੇ ਬਾਰੇ ਵੀ ਬਹੁਤ ਵੱਡੇ ਵੱਡੇ ਭੁਲੇਖੇ ਪਾਏ ਗਏ ਨੇ। ਇਹਨੂੰ ਬਹੁਤ ਪਿਆਰ ਨਾਲ ਆਪਾਂ ਸਮਝਣਾ ਔਰ ਪਿਆਰ ਨਹੀਂ ਸਮਝਾਉਣਾ। ਸਾਰੀ ਜਿਹੜੀ ਬਾਣੀ ਹੈ ਇਹ ਮੰਤਰ ਹੈ, ਆਪਦੇ ਮੂਲ 'ਚ ਸਮਾਉਣ ਦਾ ਮੂਲ ਮੰਤਰ ਤੋਂ ਭਾਵ ਹੈ। ਇਹ 8 ਗੁਣ ਦੱਸੇ ਗਏ ਨੇ ਆਪਾਂ ਨੂੰ, ਗੁਰੂ ਸਾਹਿਬ ਨੇ ਸਮਝਾਇਆ ਸੰਸਾਰ ਨੂੰ। ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ ਆਪਾਂ ਨਿਰਭਉ ਨਹੀਂ ਹੈਗੇ, ਨਿਰਵੈਰ ਨਹੀਂ ਹੈਗੇ, ਕਾਲ ਤੋਂ ਮੁਕਤ ਨਹੀਂ, ਜਨੂਨੀ ਹੈ ਸਰੀਰ 'ਚ ਆ ਕੇ। ਚਾਰੇ ਗੁਣ ਜਿਹੜੇ ਸੀਗੇ ਆਤਮਾ ਆਪਦੇ ਖੋ ਚੁੱਕੀ ਹੈ, ਹਰ ਵਿਸਰ ਤੇਰੇ ਗੁਣ ਗਲਿਆ। ਇਹ ਆਪਾਂ ਦੁਬਾਰਾ ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਫਿਰ ਇੱਕ ਹੋ ਜਾਂਦੀ ਹੈ ਆਤਮਾ। ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਹੈਗੀ ਹੁਕਮ ਦੀ ਭਗਤੀ ਸ਼ੁਰੂ ਹੁੰਦੀ ਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਗੁਰ ਕੀ ਚਰਨ ਹਿਰਦੇ ਲੈ ਤਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਜਿਹੜੇ ਗੁਰਸਿੱਖ ਸੰਗਤ ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਗੁਰ ਕੇ ਚਰਨ ਤੋਂ ਭਾਵ ਬਾਣੀ, ਇਹ ਗੁਰ ਕੇ ਚਰਨ ਨੇ। ਇਹ ਆਤਮਾ ਦੇ ਚਰਨ ਕਹਿ ਲਈਏ। ਜਿਵੇਂ ਸਾਡੇ ਸਰੀਰ ਪੈਰਾਂ ਨਾਲ ਚੱਲ ਕੇ ਜਾਂਦੇ, ਇਵੇਂ ਆਤਮਾ ਨੇ ਗੁਣਾਂ ਨਾਲ ਚੱਲ ਕੇ ਜਾਣਾ। ਗੁਣਾਂ ਦੀ ਕਮਾਈ ਕਰਨੀ ਹੈ। ਗੁਣ ਵਿਚਾਰੇ ਗਿਆਨੀ ਸੋਏ, ਗੁਣਵੇਂ ਗਿਆਨ ਪ੍ਰਾਪਤ ਹੋਏ। ਗੁਰ ਸ਼ਬਦ ਵਿਚਾਰ ਤੋਂ ਬਾਅਦ ਸਾਨੂੰ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਮਨ ਭਾਣੇ 'ਚ ਆ ਜਾਂਦਾ ਹੈ, ਗੁਣਾਂ ਦੀ ਪ੍ਰਾਪਤੀ ਕਰਕੇ ਆਪਦੇ ਘਰ ਪਹੁੰਚ ਜਾਂਦਾ ਹੈ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਗੁਰ ਕੇ ਚਰਨ ਹਿਰਦੇ ਲੈ ਧਾਰੋ। ਸਤਿਗੁਰ ਸਮਝਾਉਂਦੇ ਨੇ ਭਾਈ ਇਹਨੂੰ ਹਿਰਦੇ 'ਚ ਵਸਾਓ। ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਜਿਹੜੇ ਗੁਰਸਿੱਖ ਸੰਗਤ ਗੁਰ ਸ਼ਬਦ ਦੀ ਕਮਾਈ ਕਰਦੇ ਨੇ ਉਹ ਸਦਾ ਹੀ ਪਾਰ ਬ੍ਰਹਮ ਦੇ ਅੱਗੇ ਝੁਕੇ ਰਹਿੰਦੇ ਨੇ। ਉਹਨਾਂ ਨੂੰ ਗਿਆਨ ਹੋ ਜਾਂਦਾ ਹੈ। ਗਿਆਨ ਹੀ ਧਿਆਨ ਹੈ, ਧਿਆਨ ਹੀ ਆਰਾਧਨਾ ਹੈ। ਪਰ ਸਾਨੂੰ ਤਾਂ ਗਿਆਨ ਹੀ ਨਹੀਂ ਹੈਗਾ। ਬਾਣੀ ਉਹਦਾ ਗਿਆਨ ਕਰਾਉਂਦੀ ਹੈ ਜਿਹਦੇ ਨਾਲ ਧਿਆਨ ਲਾਉਣਾ। ਸੰਸਾਰੀ ਧਰਮ ਵੀ ਬਹੁਤ ਆਪਦੇ ਹੱਡ ਜੋਗ ਕਰਦੇ ਨੇ, ਪਰ ਜਿਹਦੇ ਨਾਲ ਅਸੀਂ ਧਿਆਨ ਲਾਉਣਾ ਉਹਦਾ ਗਿਆਨ ਤਾਂ ਦਿੰਦੇ ਨਹੀਂ ਹੈਗੇ। ਬਾਣੀ ਸਾਨੂੰ ਉਹਦਾ ਗਿਆਨ ਦਿੰਦੀ ਹੈ ਜਿਹਦੇ ਨਾਲ ਧਿਆਨ ਲਾਉਣਾ। ਇਹ ਜੁਗਮੇ ਏਕੇ ਕੋ ਆਇਆ ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਸਾਨੂੰ ਮੋਇਆ ਹੋਇਆ, ਧਿਆਨ ਕਿਵੇਂ ਲੱਗੂਗਾ? ਮਾਇਆ ਦਾ ਧਿਆਨ ਤਾਂ ਸਾਡਾ ਲੱਗਦਾ ਵਾ, ਪਰ ਮਾਇਆ ਦਾ ਧਿਆਨ ਤਾਂ ਅਸੀਂ ਕੱਟਣਾ ਵਾ। ਅਸੀਂ ਗੁਰਦਰਸ਼ਨ ਕਰਨਾ ਹੈ। ਗੁਰਦਰਸ਼ਨ ਪਹਿਲਾਂ ਕੀ ਹੈ? ਗੁਰਮਾਰਗ ਕੀ ਹੈ? ਗੁਰਮਤਿ ਕੀ ਹੈ? ਗਿਆਨ ਮਾਰਗ ਹੈ। ਇਹ ਗਿਆਨੀਆਂ ਦਾ ਮਾਰਗ ਹੈ। ਸਾਨੂੰ ਗਿਆਨ ਹੋ ਜਾਣਾ, ਸਾਨੂੰ ਇਹ ਮਾਰਗ ਦਰਸ਼ਨ ਹੋ ਜਾਣਾ। ਪਹਿਲੇ ਪਦਾਰਥ ਨਾਲ ਸਾਨੂੰ ਇਹ ਮਾਰਗ ਦਰਸ਼ਨ ਹੋਊਗਾ, ਸਾਨੂੰ ਸਮਝ ਆਊ ਅਸੀਂ ਕੀ ਕਰਨਾ ਹੈ। ਉਹਦੇ ਨਾਲ ਹੀ ਸਾਡਾ ਕਾਲ ਤੋਂ ਛੁਟਕਾਰਾ ਹੋ ਜਾਂਦਾ ਹੈ, ਭੈ ਖਤਮ ਹੋ ਜਾਂਦੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ। ਗੁਰਪਾਰ ਬ੍ਰਹਮ ਸਦਾ ਨਮਸਕਾਰ। ਉਹ ਗੁਰਸਿੱਖ ਸੰਗਤ, ਉਹਨਾਂ ਦਾ ਜਿਹੜਾ ਮਨ ਬੁੱਧੀ ਨੇ ਝੁਕੇ ਰਹਿੰਦੇ ਨੇ ਅੱਗੇ। ਅੱਗੇ ਸਤਿਗੁਰ ਸੰਸਾਰ ਨੂੰ ਸਮਝਾਉਂਦੇ ਨੇ। ਕੀ ਕਹਿੰਦੇ ਨੇ? ਮਤ ਕੋ ਭਰਮ ਭੂਲੇ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਸਤਿਗੁਰ ਤਾਂ ਸਮਝਾਉਂਦੇ ਆ ਭਾਈ। ਮਤ ਕੋ ਭਰਮ ਭੁੱਲੇ ਸੰਸਾਰ। ਸਾਰੇ ਅਸੀਂ ਭਰਮ 'ਚ ਭੁੱਲੇ ਹੋਏ ਹਾਂ। ਕਰਮ ਧਰਮ ਸਰੀਰ ਕਰਕੇ ਕਰੀ ਜਾਂਦੇ ਹਾਂ, ਉਹ 'ਚੋਂ ਭਰਮ ਪੈਦਾ ਹੋਈ ਜਾਂਦਾ, ਹੰਕਾਰ ਪੈਦਾ ਹੋਈ ਜਾਂਦਾ। ਗੁਰ ਬਿਨ ਕੋਇ ਨਾ ਉਤਰਸ ਪਾਰ। ਉਹੀ ਗੱਲ ਆ ਗਈ, ਉਹੀ ਵਿਚਾਰ ਆ ਗਈ ਸਤਿਗੁਰਾਂ ਦੀ। ਗੁਰ ਤੋਂ ਭਾਵ ਗਿਆਨ। ਗੁਰ ਸ਼ਬਦ ਦੇ ਉਪਦੇਸ਼ ਤੋਂ ਬਿਨਾਂ ਗਿਆਨ ਨਹੀਂ ਮਿਲਣਾ। ਗਿਆਨ ਤੋਂ ਬਿਨਾਂ ਕੋਈ ਪਾਰ ਨਹੀਂ ਨਿਕਲ ਸਕਦਾ। ਪਾਰੋ ਪਾਰ ਪ੍ਰੀਤਮ
ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦੇ ਗਿਆਨ ਨੇ ਸਾਨੂੰ ਮਾਇਆ ਪਾਰ ਕਰਾ ਦੇਣੀ ਹੈ। ਉਹ ਪ੍ਰੀਤਮ ਜਿਹੜਾ ਆਪਾਂ ਰਹਿ ਰਾ ਸਤਿਗੁਰਾਂ ਦੇ ਬੱਚਿਆਂ ਨੂੰ ਆਪਾਂ ਪੜ੍ਹਦੇ ਹਾਂ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਉਹ ਆਤਮਾ ਹਰੀਆਂ ਭਰੀਆਂ ਹੋ ਜਾਂਦੀਆਂ ਹਰ ਨਾਲ ਮਿਲ ਕੇ। ਉਹੀ ਤਾਂ ਸੱਜਣ ਹੈ ਆਤਮਾ ਦਾ। ਆਪਾਂ ਬਾਬਾ ਫਰੀਦ ਜੀ ਦਾ ਸਲੋਕ ਲੈ ਲੈਂਦੇ ਹਾਂ, ਸੰਸਾਰੀ ਮੱਤਾਂ ਬਾਰੇ ਸਮਝਾ ਰਹੇ ਨੇ ਆਪਾਂ ਨੂੰ ਬਾਬਾ ਫਰੀਦ ਜੀ। ਫਰੀਦਾ ਗੱਲੀ ਸੱਜਣ ਵੀ ਇੱਕ ਟੁੜੇਂਦੀ ਨਾਲ ਹਾਂ, ਧੁੱਖੇ ਜੋ ਮਲੀ ਤਿੰਨਾਂ ਕਾਰਨ ਮਾਂ ਪੀ। ਤਿੰਨਾਂ ਕਾਰਨ ਮਾਂ ਪੀਰੀ। ਇਹ ਮਾਂ ਪੀਰੀ ਬਣੇ ਬੈਠੇ ਨੇ, ਵੱਡੇ ਗੁਰੂ ਬਣੇ ਬੈਠੇ ਨੇ, ਗੱਲਾਂ ਨਾਲ ਸਾਰੇ ਸੱਜਣ ਬੈਠੇ ਨੇ, ਇੱਕ ਨਹੀਂ ਲੱਭਦਾ ਹੈਗਾ। ਆਓ ਆਪਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ, ਕਾਲ ਤੋਂ ਛੁਟਕਾਰਾ ਪਾਈਏ। ਉਹੀ ਸਤਿਗੁਰ ਸਮਝਾਉਂਦੇ ਨੇ, ਮਤ ਕੋ ਭਰਮ ਭੂਲੇ ਸੰਸਾਰ, ਗੁਰ ਬਿਨ ਕੋਈ ਨ ਉਤਰਸ ਪਾਰ। ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਭਾਈ ਉਹੀ ਪਾਰ ਨਿਕਲੂਗਾ ਜਿਹੜਾ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂਗਾ। ਰਹਾਓ ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਭੁੱਲਿਆ ਗੁਰ ਦੇ ਸਮਝਾਏ। ਅਸੀਂ ਭੁੱਲ ਗਏ ਸੀ ਸੰਸਾਰ 'ਚ ਆ ਕੇ, ਸਤਿਗੁਰਾਂ ਨੇ ਸਾਨੂੰ ਫਿਰ ਸਮਝਾ ਦੇਣਾ। ਬਾਣੀ ਨੇ ਸਾਨੂੰ ਸਿੱਧੇ ਰਾਹ 'ਤੇ ਫਿਰ ਆਪਦੇ ਰਸਤਾ ਦੇ ਕੇ ਆਪਦੇ ਘਰ ਪਹੁੰਚਾ ਦੇਣਾ। ਬਾਣੀ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਕਾਲ ਤੋਂ ਬਚਾਉਂਦੀ ਹੈ। ਅਸੀਂ ਬਚਣਾ ਵਾ, ਉਹੀ ਬਚਣਗੇ ਜਿਹੜੇ ਗੁਰੂ ਦੀ ਸ਼ਰਨ ਜਾਣਗੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਜਾਏ ਹਮਾਰੀ। ਸਤਿਗੁਰਾ ਤੇਰਾ ਜਸ ਦੇ ਦੇ। ਤੇਰਾ ਜਸ ਕਰਦੇ ਕਰਦੇ ਜਿਹੜਾ ਹੈਗਾ ਸਾਡੀ ਚਿੰਤਾ ਦੂਰ ਹੋ ਜਾਂਦੀਆਂ ਨੇ, ਸਾਡਾ ਭੈ ਖਤਮ ਹੋ ਜਾਂਦਾ। ਉਹੀ ਆਪਾਂ ਮੰਗਣਾ ਭਾਈ। ਉਹੀ ਸਤਿਗੁਰ ਸਮਝਾਉਂਦੇ ਨੇ, ਭੂਲੇ ਕੋ ਗੁਰ। ਗੁਰ ਤੋਂ ਭਾਵ ਗਿਆਨ ਜਦੋਂ ਸਾਨੂੰ ਹੁੰਦਾ ਵਾ, ਅਸੀਂ ਆਪਦੇ ਸਹੀ ਦਿਸ਼ਾ 'ਚ ਚਲੇ ਜਾਂਦੇ ਹਾਂ। ਮਾਰਗ ਪਾਇਆ ਅਬਰ ਤਿਆਗ। ਜਿਹੜੇ ਸੰਸਾਰੀ ਪਹਿਲਾਂ ਅਸੀਂ ਧਰਮ ਕਰਮ ਕਰਦੇ ਹਾਂ, ਜਦ ਤੱਕ ਨਹੀਂ ਛੱਡਦੇ ਅਸੀਂ, ਜਦ ਤੱਕ ਸਾਨੂੰ ਗਿਆਨ ਨਹੀਂ ਹੁੰਦਾ। ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਹਾਂ, ਬਨ ਕਾਰਨ ਫੂਲੀ ਬਨਰਾਏ, ਫਲ ਲਾਗਾ ਤਾਂ ਫੂਲ ਬਿਲਾਏ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਕਰਮ ਸਾਡਾ ਜਦ ਨਾਸ ਹੁੰਦਾ, ਜਦ ਮਨ ਮੰਨਦਾ ਹੈ, ਜਦੋਂ ਇਹਨੂੰ ਪੂਰਨ ਗਿਆਨ ਹੋ ਜਾਂਦਾ ਵੀ ਮੈਂ ਕੁਛ ਨਹੀਂ ਕਰ ਸਕਦਾ, ਸਾਰਾ ਕੁਛ ਹੁਕਮ 'ਚ ਹੁੰਦਾ ਹੈ। ਕਿਵੇਂ ਹੁੰਦਾ ਹੈ? ਜਿਵੇਂ ਫੁੱਲ ਲੱਗਦੇ ਨੇ ਬਨਸਪਤੀ ਨੂੰ, ਫਲਾਂ ਖਾਤਰ ਲੱਗਦੇ ਨੇ, ਪਰ ਜਦੋਂ ਫਲ ਲੱਗਦਾ ਫੁੱਲ ਚਲੇ ਜਾਂਦੇ ਨੇ। ਇਵੇਂ ਧਰਮ ਫੁੱਲ ਫਲ ਗਿਆਨ, ਸਾਨੂੰ ਗਿਆਨ ਹੁੰਦਾ ਇਹਦੇ ਵਿੱਚੋਂ। ਗਿਆਨ ਤੋਂ ਬਾਅਦ ਸਾਡਾ ਕਰਮ ਨਾਸ ਹੁੰਦਾ ਹੈ। ਆਪਾਂ 12 ਮਾਹਾਂ ਦੇ ਬਚਨ ਲੈ ਲੈਣੇ ਸਤਿਗੁਰਾਂ ਦੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਤੇ ਕੀਰਤ ਹੁੰਦੀ ਹੈ, ਇੱਕ ਕਿਰਤ ਹੁੰਦੀ ਹੈ, ਇੱਕ ਕੀਰਤ ਹੁੰਦੀ ਹੈ। ਅਸੀਂ ਕਿਰਤ ਨੂੰ ਮੰਨਦੇ ਰਹਿੰਦੇ ਹਾਂ, ਅਸੀਂ ਕੁਛ ਕਰਦੇ ਹਾਂ। ਜਦੋਂ ਸਾਨੂੰ ਗਿਆਨ ਹੋ ਜਾਂਦਾ ਫਿਰ ਅਸੀਂ ਕੀਰਤ ਭਾਵ ਜਸ ਕਰਦੇ ਹਾਂ ਉਹਦਾ, ਫਿਰ ਸਾਡਾ ਛੁਟਕਾਰਾ ਹੋ ਜਾਂਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਭੂਲੇ ਕੋ ਗੁਰਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਏ। ਇਹੀ ਭਗਤੀ ਹੈ ਭਾਈ ਹਰੀ ਦੀ, ਇਹ ਆਪਾਂ ਕਰਨੀ ਹੈ। ਇਹਨੂੰ ਸੁਣਨਾ, ਵਿਚਾਰਨਾ ਔਰ ਕੰਮਕਾਰ 'ਚ ਲੱਗੇ ਰਹਿਣਾ ਵਾ। ਜਨਮ ਮਰਨ ਕੀ ਤਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਵਡਾਈ। ਉਹੀ ਸਤਿਗੁਰ ਸਮਝਾਉਂਦੇ ਨੇ। ਆਪਾਂ ਆਸਾ ਦੀ ਵਾਰ ਸਤਿਗੁਰਾਂ ਦੇ ਬਚਨ ਲੈ ਲੈਣੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਐਸਾ ਗਿਆਨ ਹੈ ਭਾਈ ਗੁਰ ਸ਼ਬਦ ਦਾ, ਜੇ ਕੋਈ ਇਹਨੂੰ ਲਊਗਾ ਉਹ ਮਨੁੱਖ ਤੋਂ ਦੇਵਤਾ ਬਣ ਜਾਂਦਾ ਹੈ, ਉਹਦੇ ਸੰਸਕਾਰ ਬਦਲ ਜਾਂਦੇ ਨੇ, ਉਹਦਾ ਕਾਲ ਤੋਂ ਛੁਟਕਾਰਾ ਹੋ ਜਾਂਦਾ। ਐਸਾ ਹੈ ਗਿਆਨ, ਉਹੀ ਸਤਿਗੁਰ ਸਮਝਾ ਰਹੇ ਨੇ। ਗੁਰਪੂਰੇ ਕੀ ਬੇਅੰਤ ਵਡਾਈ, ਜਨ ਮਨ ਕੀ ਤਰਾਸ ਮਿਟਾਈ। ਜੰਮਣਾ ਮਰਨਾ ਕੱਟਿਆ ਜਾਂਦਾ ਭਾਈ ਉਹ ਸਿੱਖਾਂ ਦਾ ਜਿਹੜੇ ਭਾਣੇ ਅਨੁਸਾਰ ਚੱਲਦੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਗੁਰ ਪ੍ਰਸਾਦ ਉਰਦ ਕਮਲ ਵਿਗਾਸ, ਅੰਧਕਾਰ ਮੇਂ ਪਿਆ ਪ੍ਰਗਾਸ। ਸਾਡੇ ਅੰਦਰ ਹਨੇਰਾ ਸੀਗਾ, ਅੰਧਕਾਰ ਸੀਗਾ, ਅਸੀਂ ਕਾਲ ਦੇ ਵਸ ਸੀਗੇ, ਵਿਕਾਰਾਂ ਦੇ ਵਸ ਸੀਗੇ। ਉੱਥੇ ਹੀ ਚਾਨਣ ਪੈਦਾ ਹੋ ਗਿਆ, ਪ੍ਰਗਾਸ ਪੈਦਾ ਹੋ ਗਿਆ। ਗੁਰਬਾਣੀ ਇਸ ਜਗ ਮੇਂ ਚਾਨਣ ਕਰਮ ਬਸੇ ਮਨ ਆਏ। ਇਹ ਗੁਰਬਾਣੀ ਇੱਕ ਚਾਨਣ ਹੈ, ਪ੍ਰਗਾਸ ਰੂਪ ਹੈ। ਜਿਹੜਾ ਸਾਡਾ ਹਨੇਰਾ ਉਹ ਖਤਮ ਹੋ ਜਾਂਦਾ ਹੈ। ਹਨੇਰਾ ਕੀ ਹੈ? ਭਰਮ। ਉਹੀ ਸਾਨੂੰ ਸੰਸਾਰ ਨਾਲ ਜੋੜੀ ਰੱਖਦਾ ਵਾ। ਸੰਸਾਰ ਤਾਂ ਸਾਨੂੰ ਛੱਡਣਾ ਹੀ ਪੈਂਦਾ, ਪਰ ਅਸੀਂ ਛੱਡਣਾ ਨਹੀਂ ਚਾਹੁੰਦੇ ਹੈਗੇ। ਭਗਤ ਕਬੀਰ ਦਾ ਆਪਾਂ ਸਲੋਕ ਲੈ ਲੈਂਦੇ ਹਾਂ, ਹੀਰਾ ਹਾਥ ਚੜ੍ਹਿਆ ਨਿਰਮੋਲ, ਛੂਟ ਗਈ ਸੰਸਾਰੀ। ਛੱਡਣਾ ਕੋਈ ਵੀ ਨਹੀਂ ਚਾਹੁੰਦਾ ਹੈ। ਜੋ ਸੱਚ ਦਾ ਗਿਆਨ ਹੋ ਜਾਂਦਾ ਇਹ ਆਪੇ ਹੀ ਛੱਡ ਦਿੰਦਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਗੁਰ ਪ੍ਰਸਾਦ ਉਰਦ ਕੰਬਲ ਵਿਗਾਸ, ਉਲਟਿਓ ਕੰਬਲ ਬ੍ਰਹਮ ਵਿਚਾਰ। ਸਤਿਗੁਰਾਂ ਦੇ ਬਚਨ ਨੇ। ਇਹ ਮਨ ਉਲਟਾ ਜਿਹੜਾ ਚੱਲਦਾ ਸੀ, ਕੰਬਲ ਵਿਗਾਸ, ਇਹ ਖਿੜ ਜਾਂਦਾ ਫਿਰ ਇਹ ਕੰਬਲ ਵਾਂਗੂ ਜਦੋਂ ਸਿੱਧਾ ਚੱਲਦਾ ਵਾ। ਅੰਧਕਾਰ ਮੈਂ ਪਿਆ ਪ੍ਰਗਾਸ, ਇਹਦੇ ਅੰਦਰ ਚਾਨਣ ਪੈਦਾ ਹੋ ਜਾਂਦਾ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਜਿਨ ਕੀਆ ਸੋ ਗੁਰ ਤੇ ਜਾਣਿਆ,
ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਪਹਿਲਾਂ ਮਨ ਹੀ ਸੀ, ਮਨ ਦਾ ਹੀ ਡਿੱਕਾ ਹੈ ਸਾਰਾ। ਬਾਣੀ ਸਾਰੀ ਜਿੰਨੀ ਮਨ ਨੂੰ ਉਪਦੇਸ਼ ਹੈ, ਮਨ ਨੂੰ ਵਸ ਕਰਨ ਦੀ ਵਿਧੀ ਕਹਿ ਲਓ। ਜਿਨ ਕੀਆ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਫਿਰ ਮਨ ਜਾਣਦਾ। ਗਿਆਨ, ਗੁਰ ਤੋਂ ਭਾਵ ਗਿਆਨ ਨਾਲ ਇਹਨੂੰ ਪਤਾ ਲੱਗਦਾ ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਆਪਾਂ ਨੂੰ ਸਮਝਾਇਆ, ਆਪਾਂ ਉਹਨਾਂ ਦੇ ਪਿੱਛੇ ਚੱਲਣਾ ਮਾਪ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ। ਫਿਰ ਪਤਾ ਲੱਗਦਾ ਸਾਨੂੰ ਸੱਚ ਦੇ ਗਿਆਨ ਤੋਂ। ਜਿਨ ਕੀਆ ਸੇ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਫਿਰ ਇਹ ਮਨ ਮੰਨ ਜਾਂਦਾ। ਉਹੀ ਆਪਾਂ ਇਹ ਕਮਾਈ ਕਰਨੀ ਹੈ, ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰਨੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ? ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਇੱਥੇ ਆ ਕੇ ਪਰਮੇਸ਼ਰ ਦਾ ਨਾਂ ਆਇਆ ਵਾ। ਪਹਿਲਾਂ ਪ੍ਰਾਤਮਾ ਗੁਰ ਦਾ ਨਾਂ ਆਉਂਦਾ ਵਾ। ਪਹਿਲਾਂ ਸਾਨੂੰ ਗੁਰ ਦੇ ਹੀ ਦਰਸ਼ਨ ਹੋਣਾ, ਅੰਤਰਾਤਮਾ ਦਾ ਦਰਸ਼ਨ ਹੋਣਾ ਵਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਅਸੀਂ ਸਮਝਦੇ ਰਹਿਣਾ, ਵਿਚਾਰਦੇ ਰਹਿਣਾ। ਆਤਮਾ ਨੇ ਪ੍ਰਾਤਮਾ 'ਚ ਲੀਨ ਹੋਣਾ, ਸਾਨੂੰ ਪਤਾ ਵੀ ਨਹੀਂ ਲੱਗਣਾ, ਸੰਸਾਰ ਤੋਂ ਸਾਡਾ ਛੁਟਕਾਰਾ ਹੋ ਜਾਣਾ। ਉਹੀ ਸਤਿਗੁਰ ਸਮਝਾਉਂਦੇ ਨੇ, ਗੁਰ ਕਰਤਾ ਗੁਰ ਕਰਨੇ ਜੋਗ। ਇਹੀ ਮਿਲਾਪ, ਇਹੀ ਵਿਧੀ ਹੈ। ਗੁਰ ਪਰਮੇਸ਼ਰ ਹੈ ਵੀ ਹੋਗ। ਸਾਰੀਆਂ ਵਿਧੀਆਂ ਉਹਦੇ ਕੋਲੇ ਨੇ। ਆਪਾਂ ਆਨੰਦ ਸਭ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸਭਨਾ ਗੱਲਾਂ ਸੁਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਨਹੀਂ ਵਿਸਾਰਨਾ ਭਾਈ, ਆਪਾਂ ਵਿਸਾਰਾਂਗੇ ਤਾਂ ਫਿਰ ਕਾਲ ਲੈ ਜਾਊਗਾ ਆਪਾਂ ਨੂੰ। ਅੱਗੇ ਸਤਿਗੁਰ ਕੀ ਸਮਝਾਉਂਦੇ? ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਏ ਪਾਈ। ਸਤਿਗੁਰ ਤਾਂ ਐ ਸਮਝਾਉਂਦੇ ਆ ਭਾਈ। ਕਉ ਨਾਨਕ ਪ੍ਰਭ ਇਹ ਜਨਾਈ, ਪ੍ਰਭੂ ਦੇ ਗਿਆਨ ਨਾਲ, ਇਹ ਹਰ ਦੀ ਕਥਾ ਨਾਲ, ਗੁਰਸ਼ਬਦ ਦੇ ਗਿਆਨ ਨਾਲ ਸਾਨੂੰ ਕੀ ਸਮਝ ਆਈ? ਬਿਨ ਗੁਰ ਮੁਕਤ ਨਾ ਪਾਈਏ ਪਾਈ। ਮੁਕਤੀ ਪ੍ਰਾਪਤ ਕਰਨੀ ਹੈ, ਗਤੀ ਪ੍ਰਾਪਤ ਹੋਣੀ ਹੈ। ਅਸੀਂ ਸਰੀਰ ਦੀ ਗਤੀ ਕਰੀ ਜਾਂਦੇ। ਆਓ ਸਾਰੇ ਮਿਲ ਕੇ ਗੁਰਬਾਣੀ ਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।